ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਉਧਰ ਕਿਸਾਨਾਂ ਦੇ ਵੱਡੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਤੇ ਅਗਲੀ ਰੂਪਰੇਖਾ ਐਲਾਨੀ ਜਾ ਰਹੀ ਹੈ। ਲਗਾਤਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸ਼ਾਂਤੀ ਅਤੇ ਜਾਬਤੇ ਦੇ ਵਿੱਚ ਰਹੋ ਤੇ ਨਾਲ ਹੀ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਤਿਆਰ ਹਾਂ। ਇਹ ਕਹਿਣਾ ਹੈ ਬਲਵੀਰ ਸਿੰਘ ਰਾਜੇਵਾਲ ਦਾ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਦੇ ਲਈ ਰਾਜੀ ਹੈ ਤਾਂ ਅਸੀਂ ਵੀ ਗੱਲਬਾਤ ਦੇ ਲਈ ਰਾਜੀ ਹਾਂ ਤੇ ਜੇਕਰ ਗੱਲਬਾਤ ਹੁੰਦੀ ਹੈ ਤਾਂ ਅਸੀਂ ਵੀ ਵੱਡੇ ਫੈਸਲੇ ਲੈਣ ਦੇ ਵੱਲ ਵੱਧ ਸਕਦੇ ਹਾਂ। ਸੋ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਕੁਝ ਖਾਸ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸੁਣਦੇ हैं। सब कुछ ठीक है, सारा लोग संभाल लेंगे और आंदोलन में और कुछ नहीं होता, हार नहीं कोई डालता, केस ही पढ़ते होते। ਰਾਜੇਵਾਲ ਸਾਹਿਬ 23 ਜਨਵਰੀ ਨੂੰ ਜਿਹੜੀ ਲਾਸਟ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਅਗਲੀ ਮੀਟਿੰਗ ਦਾ ਕੋਈ फैसला होया कि अगली मीटिंग जानी है? नहीं, फिलहाल कोई नहीं, जो सरकार बुलाएगी तो जाएंगे। देखिए, हम सभी लोग जितने भी इस किसान आंदोलन से बहुत लंबे समय से जुड़े हैं, हमारे अंदर एक तड़प सी किसान के लिए तो है। अगर मुझे कोई कहे आई एम वन ऑफ द फाउंडर्स, मुझे ज़िंदगी के मैंने अपने 51 साल इस आंदोलन में लगाए हैं, इसका कॉन्स्टिट्यूशन मैंने लिखा है। अगर मेरे सामने किसी किसान के साथ ज़्यादती होती है, कई बार मैं अपने आप को कंट्रोल नहीं कर पा रहा, जो ज़्यादती करने वाला ऑफिसर होता है उसको मैं सीधा सीधा कड़ा जवाब देता हूँ। तो ये नेचुरल है। जो लोग किसान आंदोलन में लंबे समय से जुड़े हुए हैं वो कई बार भावुक हो जाते हैं, और टिकैत साहब अंदर से भावुक हुए थे, वो आहत हुए थे सरकार के उस तरीके से। देखो, सरकार ਨੂੰ ਫੜਨੇ ਚਾਹੀਦੇ, ਪਰ ਮੈਂ ਤੁਹਾਨੂੰ ਆਪਣੀ ਦੱਸ ਸਕਦਾ, ਅਸੀਂ ਰੋਜ਼ ਜਿੱਦਾਂ ਪਿੰਡਾਂ 'ਚ ਠੀਕਰੀ ਪਹਿਰੇ ਲੱਗਦੇ ਆ, ਅਸੀਂ ਹਰ ਟਰਾਲੀ ਵਿੱਚੋਂ ਦੋ ਕਿਸਾਨਾਂ ਦੀ ਠੀਕਰੀ ਪਹਿਰਾ ਲਾਉਂਦੇ ਆ। ਆਪੋ ਆਪਣੀ ਟਰਾਲੀ ਦਾ ਖਿਆਲ ਰੱਖਦੇ ਨੇ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖਦੇ ਨੇ। ਅਸੀਂ ਆਪਣੇ ਨਾਲ ਇਹ ਵੀ ਕਿਹਾ ਵੀ ਜਿਹਨੂੰ ਤੁਸੀਂ ਨਹੀਂ ਜਾਣਦੇ ਉਹਨੂੰ ਜਾਂ ਤਾਂ ਜਿਹੜੇ ਸਾਡੀ ਜਿਹੜੀ ਇੱਕ ਟੀਮ ਬਣਾਈ ਹੋਈ ਹੈ, ਉੱਥੇ ਜਿਹੜੇ ਬਣੇ ਨੇ ਸਾਡੇ ਵਲੰਟੀਅਰਸ ਨੇ, ਉਹਨਾਂ ਦੀ ਟੀਮ ਹੈ, ਉਹਨਾਂ ਦੇ ਹਵਾਲੇ ਕਰੋ। ਅਸੀਂ ਪੁੱਛਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜ ਕੇ ਰੋਜ਼ ਪੁਲਿਸ ਦੇ ਹਵਾਲੇ ਕਰਦੇ ਹਾਂ, ਰੋਜ਼ ਹੁੰਦਾ ਹੈ। ਉਧਰ ਦਿੱਲੀ ਦੇ ਵਿੱਚ 26 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਕਈ ਨੌਜਵਾਨ ਲਾਪਤਾ ਦੱਸੇ ਜਾ ਰਹੇ ਨੇ, ਕਈ ਕਿਸਾਨ ਲਾਪਤਾ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਲੈ ਕੇ ਇੱਕ ਖਾਸ ਤਰ੍ਹਾਂ ਦਾ ਵਕੀਲਾਂ ਦਾ ਪੈਨਲ ਤਿਆਰ ਕੀਤਾ ਗਿਆ, ਜਿਸ ਪੈਨਲ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਕਿਸਾਨ ਆਗੂ ਜਾਂ ਕਿਸਾਨ ਨੌਜਵਾਨ ਲਾਪਤਾ ਨੇ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਅਸੀਂ ਜਲਦ ਤੋਂ ਜਲਦ ਉਹਨਾਂ ਨੌਜਵਾਨਾਂ ਦੇ ਲਈ ਲੀਗਲ ਤੌਰ ਦੇ ਉੱਤੇ ਲੜਾਈ ਲੜ ਸਕੀਏ। ਕਿ ਕੁਝ ਕਹਿ ਰਹੇ ਨੇ ਇਸ ਮੌਕੇ ਦੇ ਉੱਤੇ ਐਡਵੋਕੇਟ ਜਿਨ੍ਹਾਂ ਦਾ ਇਹ ਪੈਨਲ ਬਣਾਇਆ ਗਿਆ, ਉਹ ਸੁਣਦੇ ਹਾਂ। ਪਿਛਲੇ ਲਗਭਗ 2.5 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਹੇ ਨੇ। ਗਾਜ਼ੀਪੁਰ, ਟਿਕਰੀ ਤੇ ਸਿੰਘੂ ਬਾਰਡਰ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਨੇ। ਜੋ ਪਿੱਛੇ 26 ਜਨਵਰੀ ਲੰਘ ਕੇ ਗਈ ਹੈ, 26 ਜਨਵਰੀ ਦੇ ਵਿੱਚ ਕੁਝ ਕਿਸਾਨਾਂ ਨੇ ਜਦੋਂ ਟਰੈਕਟਰ ਮਾਰਚ ਕੀਤਾ ਤਾਂ ਐਸੀ ਜ਼ਾਲਮ ਸਰਕਾਰਾਂ ਨੇ ਤੇ ਇਹਨਾਂ ਦੇ ਪ੍ਰਸ਼ਾਸਨ ਨੇ ਬੜਾ ਗਲਤ ਰਵੱਈਆ ਅਖਤਿਆਰ ਕਰਦੇ ਹੋਏ, ਬੜੀਆਂ ਇਹਨਾਂ ਦੀ ਮਾੜੀਆਂ ਨੀਤਾਂ ਕਰਕੇ ਇਹਨਾਂ ਨੇ ਕੁਝ ਕਿਸਾਨ ਭਰਾਵਾਂ ਨੂੰ ਅਰੈਸਟ ਕਰ ਲਿਆ, ਜਿਹਦੇ ਬਾਰੇ ਕੋਈ ਕਿਸਾਨ ਹਜੇ ਲਾਪਤਾ ਨੇ ਜਾਂ ਮਿਸਿੰਗ ਨੇ, ਜਿਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਅਸੀਂ ਆਪਣੇ ਵੱਲੋਂ ਸਾਰੇ ਕਿਸਾਨ ਮੋਰਚੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਨੂੰ ਲੱਭਿਆ ਜਾਵੇ, ਪਰ ਫਿਰ ਵੀ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਦੇ ਬੱਚੇ ਧੀਆਂ ਪੁੱਤ ਇਸ ਕਿਸਾਨ ਮੋਰਚੇ ਦੌਰਾਨ ਕਿਤੇ ਮਿਸਿੰਗ ਨੇ, ਲਾਪਤਾ ਨੇ, ਜਿਨ੍ਹਾਂ ਦਾ ਨਹੀਂ ਕੁਝ ਪਤਾ ਲੱਗ ਰਿਹਾ, ਜਾਂ ਜਿਨ੍ਹਾਂ ਉੱਪਰ ਸਰਕਾਰ ਦੇ ਮਾੜੇ ਇਰਾਦਿਆਂ ਦੇ ਨਾਲ ਉਹਨਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਨੇ, FIR ਰਜਿਸਟਰਡ ਨੇ, ਉਹਨਾਂ ਨੂੰ ਥਾਣਿਆਂ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤਾ, ਜਾਂ ਉਹਨਾਂ ਬਾਰੇ ਕੁਝ ਵੀ ਉਗ ਸੁਗ ਨਹੀਂ ਦੱਸ ਰਹੇ ਕਿੱਥੇ ਨੇ। ਸਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਥਕ ਤਾਲਮੇਲ ਸੰਗਠਨ ਵੱਲੋਂ ਇੱਕ ਲੀਗਲ ਪੈਨਲ ਤਿਆਰ ਕੀਤਾ ਗਿਆ, ਜਿਸ ਵਿੱਚ ਬੜੇ ਸੀਨੀਅਰ ਐਡਵੋਕੇਟਸ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ। ਉਹਨਾਂ ਦੇ ਵਿੱਚ ਉਸ ਟੀਮ ਦੇ ਵਿੱਚ ਬੜੇ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਜੀ, ਸਰਦਾਰ ਈਸ਼ਰ ਸਿੰਘ ਜੀ, ਸਰਦਾਰ ਹਰਪ੍ਰੀਤ ਸਿੰਘ ਜੀ ਤੇ ਦਾਸਤਾਨਾ ਐਡਵੋਕੇਟ ਗਗਨਦੀਪ ਸਿੰਘ ਰਾਇਆ ਅਤੇ ਹੋਰ ਬਹੁਤ ਸਾਰੇ ਸੀਨੀਅਰ ਐਡਵੋਕੇਟ ਸ਼ਾਮਲ ਕੀਤੇ ਗਏ ਨੇ। ਸੋ ਪੰਥਕ ਤਾਲਮੇਲ ਸੰਗਠਨ ਵੱਲੋਂ ਇਸ ਜੋ ਲੀਗਲ ਪੈਨਲ ਤਿਆਰ ਕੀਤਾ ਗਿਆ, ਉਸ ਦੇ ਵਿੱਚ ਤੁਸੀਂ ਸਾਡੇ ਨਾਲ ਸੰਪਰਕ ਕਰੋ। ਉਸ ਦੇ ਲਈ ਇੱਕ ਨੰਬਰ ਜਾਰੀ ਕਰ ਰਹੇ ਹਾਂ। ਸਰਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਦਾ ਨੰਬਰ ਹੈ 98148 98802 9814898802। मैं फिर बोल रहा जी 98148 98802 9814898802। ਇੱਥੇ ਸੰਪਰਕ ਕਰਕੇ ਸਾਡੇ ਨਾਲ ਰਾਬਤਾ ਕੀਤਾ ਜਾਵੇ। ਇਸ ਤੋਂ ਇਲਾਵਾ
ਸਾਂਝੀ ਸੱਥ ਅਸੀਂ ਬਣਾਈਆਂ ਤਿੰਨੇ ਬਾਰਡਰਸ ਦੇ ਉੱਪਰ। ਇੱਕ ਸਾਂਝੀ ਸੱਥ ਟਿਕਰੀ ਹੈ, ਇੱਕ ਗਾਜ਼ੀਪੁਰ ਹੈ ਅਤੇ ਇੱਕ ਸਿੰਘੂ ਹੈ। ਸਿੰਘੂ ਜਿਹੜੀ ਵੱਡੀ ਸਾਂਝੀ ਸੱਥ ਹੈ ਜਿੱਥੇ KFC ਦਾ ਮਾਲ ਹੈ, ਉਹਦੇ ਬਿਲਕੁਲ ਥੱਲੇ ਕੈਂਪ ਬਣਾਇਆ ਗਿਆ ਸਾਂਝੀ ਸੱਥ। ਉਹਦੇ ਵਿੱਚ ਲੀਗਲ ਐਡਵੋਕੇਟਸ ਜੋ ਪੈਨਲ ਹੈ ਉਹਨਾਂ ਦੀ ਟੀਮ ਉੱਥੇ ਮੌਜੂਦ ਮਿਲੇਗੀ। ਤੁਸੀਂ ਉੱਥੇ ਆ ਕੇ ਪਰਸਨਲੀ ਵੀ ਸੰਪਰਕ ਕਰ ਸਕਦੇ ਹੋ। ਉਧਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਕਿਸਾਨਾਂ ਦਾ ਮਸਲਾ ਚੁੱਕਿਆ ਗਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਵੀ ਦਿੱਤਾ। ਦੱਸਦੀ ਕਿ ਭਗਵੰਤ ਮਾਨ ਨੇ ਇਸ ਮੌਕੇ ਦੇ ਉੱਤੇ ਸਿੰਘੂ ਦੇ ਉੱਤੇ ਹੋਈ ਵਾਪਰੀ ਘਟਨਾ ਦੇ ਵਿੱਚ ਜ਼ਖਮੀ ਕਿਸਾਨਾਂ ਦਾ ਮਸਲਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਰੱਖਿਆ। आप कृपया इन तीनों कृषि कानूनों को वापस लेने का बिल लाकर, उससे बड़ा कोई तोहफा नहीं होगा, क्योंकि वो ट्रैक्टर जिनका मुंह अब दिल्ली की तरफ है, उनका मुंह अपने अपने खेतों की तरफ हो सकता है, वापस जा सकते हैं। वो आपके एक छोटे से इतनी सहानुभूति अगर आप दिखाएं, अपने भारत देश का नाम भी इस बात से रोशन होगा कि हाँ, वहां वाकई लोकतंत्र है। अगर लोगों को कोई कानून पसंद नहीं है तो सरकार उसका संज्ञान लेती है। नरेंद्र सिंह जी ने सभी किसान आंदोलन से जुड़े लोगों की मीटिंग में कहा कि हम लोग आज समझौते पर नहीं आ पा रहे हैं, हमारी तरफ से ये प्रस्ताव आपको हम दे रहे हैं, आप जाकर के चिंतन मनन कीजिए और मैं एक फोन कॉल पर दूरी पर हूं, आप जब भी मन बना लें, मैं कुछ ही घंटों में आपके साथ मिलने का कार्यक्रम और स्थान तय कर लूंगा। भारत सरकार का वो प्रस्ताव आज भी वैसे का वैसा खड़ा है। आपके जितने भी परिचित आंदोलनकारी हैं, आप उनको जरूर बताइए कि तोमर जी ने तो स्पष्ट शब्दों में कहा हुआ है कि भाई ये हमारा प्रस्ताव है, आप आइए, एक फोन कॉल कीजिए, बात आगे बढ़ेगी। और मुझे विश्वास है कि आप सब भी चाहते हैं कि बातचीत से इसका समाधान निकलना चाहिए और सरकार भी लगातार प्रयास कर रही है कि इसका समाधान बातचीत से होना चाहिए। उधर लुधियाना तो सांसद रवनीत बिट्टू ਦੇ ਵੱਲੋਂ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਆਪਣੀ ਪ੍ਰਕਿਰਿਆ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਦਰਮਿਆਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੇਰਾ ਸਾਥ ਨਹੀਂ ਦਿੱਤਾ ਗਿਆ ਤੇ ਮੇਰੇ ਵੱਲੋਂ ਗੱਲ ਸਾਰੀ ਕਿਸਾਨਾਂ ਦੀ ਸਰਕਾਰ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿ ਕੁਝ ਰਵਨੀਤ ਬਿੱਟੂ ਕਹਿ ਰਹੇ ਨੇ ਉਹ ਸੁਣਦੇ। ਜੇ ਮੈਂ ਇਕੱਲਾ ਬੰਦਾ ਉੱਥੇ ਆਵਾਜ਼ ਚੱਕ ਸਕਦਾ, ਆਪਣੇ ਤਿਰੰਗੇ ਬਾਰੇ ਵੀ ਗੱਲ ਕੀਤੀ, ਕਿਸਾਨ ਬਾਰੇ ਵੀ ਕੀਤੀ, ਜਵਾਨ ਬਾਰੇ ਵੀ ਕੀਤੀ ਤੇ ਬਿੱਲ ਵਾਪਸ ਲੈਣ ਬਾਰੇ ਵੀ ਕੀਤੀ। ਜੇ ਤੁਸੀਂ ਮੇਰੇ ਨਾਲ ਹੁੰਦੇ ਉੱਥੇ ਤਾਂ ਉੱਥੇ ਕੀ ਹਾਲਾਤ ਬਣਦੇ, ਉਹਨਾਂ ਦੇ ਰਾਸ਼ਟਰਪਤੀ ਜੀ ਨੂੰ ਭਾਸ਼ਣ ਰੋਕਣਾ ਪੈਂਦਾ, ਵਿੱਚ ਗੱਲ ਕਰਨੀ ਪੈਂਦੀ ਤੁਹਾਡੇ ਨਾਲ। ਪਰ ਮੈਂ ਕੱਲਾ ਉੱਥੇ ਰਹਿ ਗਿਆ, ਕੱਲਾ ਉਹਨਾਂ ਦੇ ਨਾਲ ਸਾਹਮਣਾ ਕਰਦਾ ਰਿਹਾ। ਤੇ ਪਰ ਤੁਸੀਂ ਜਾਣ ਬੁੱਝ ਕੇ ਦੋਨੋਂ ਪਾਰਟੀਆਂ ਯਾਰ ਬਾਹਰ ਗੱਲਾਂ ਮਾਰ ਕੇ ਕਿਉਂ ਨਹੀਂ ਤੁਸੀਂ ਅੰਦਰ ਗਏ? ਇਹ ਮੌਕਾ ਦੁਬਾਰਾ ਨਹੀਂ ਮਿਲਣਾ। ਸਾਲ 'ਚ ਇੱਕ ਵਾਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਸਾਰੀ ਕੈਬਨਿਟ ਇਕੱਠੀ ਹੁੰਦੀ ਆ, ਉਹਨਾਂ ਦੇ ਮੂਹਰੇ ਆਪਾਂ ਟਾਈਮ ਮੰਗ ਥੱਕ ਗਏ। ਤੇ ਕੱਲ ਮੌਕਾ ਸੀ, ਜੇ ਤੁਸੀਂ ਸਾਰੇ ਨਾਲ ਹੁੰਦੇ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਆਪਾਂ ਘੇਰ ਲੈਂਦੇ ਵੀ ਉਰਿਓਂ ਬਿੱਲ ਵਾਪਸ ਲਓ। ਰਾਸ਼ਟਰਪਤੀ ਜੀ ਕਹੋ ਪ੍ਰਾਈਮ ਮਿਨਿਸਟਰ ਨੂੰ ਵੀ ਕਿਉਂ ਇਹ ਧੱਕਾ ਕੀਤਾ ਸਾਡੇ ਨਾਲ। ਪਰ ਹੁਣ ਰਾਸ਼ਟਰਪਤੀ ਨੇ ਦੁਬਾਰਾ ਨਹੀਂ ਆਉਣਾ। ਸਿਰਫ ਬਜਟ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਆਨਰੇਬਲ ਰਾਸ਼ਟਰਪਤੀ ਜੀ ਆ ਕੇ ਦੇਸ਼ ਨੂੰ ਸੰਬੋਧਨ ਕਰਦੇ ਨੇ ਤੇ ਹਰ ਸਰਕਾਰ ਦੇ ਬਿੱਲਾਂ ਬਾਰੇ ਜੋ ਪਲਾਨ ਹੁੰਦਾ ਏ ਉਹਦੇ ਬਾਰੇ ਕੱਲੇ ਬਿੱਲ ਬਾਰੇ ਉਹ ਆਪ ਜ਼ਿਕਰ ਕਰਦੇ ਆ। ਤੇ ਉਹਨਾਂ ਨੇ ਕਿਸਾਨੀ ਬਿੱਲਾਂ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਵੀ ਜੋ 26 ਨੂੰ ਹੋਇਆ ਉਹ ਬੜਾ ਮੰਦਭਾਗਾ ਹੋਇਆ। ਮੈਂ ਉੱਠ ਕੇ ਖੜਾ ਹੋਇਆ, ਮੈਂ ਕਿਹਾ ਜੀ 26 ਨੂੰ ਹੋਇਆ, ਅਸੀਂ ਉਹਦਾ ਨਾਲ ਬਿਲਕੁਲ ਅਸੀਂ ਉਹਦਾ ਅਫਸੋਸ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਅਸੀਂ ਤਿਰੰਗੇ ਨਾਲ ਆ, ਦੇਸ਼ ਨਾਲ ਆ, ਪਰ ਕਿਸਾਨਾਂ ਨੂੰ ਇਹਦੇ ਨਾਲ ਨਾ ਜੋੜੋ। ਕਿਸਾਨ ਜਿਹੜੇ ਆਮ ਕਿਸਾਨ ਵਿਚਾਰੇ ਉਹ ਤਾਂ ਸੜਕਾਂ ਤੇ ਤੁਸੀਂ ਪੁੱਛਣ ਨਹੀਂ ਆਏ, ਉਹਨਾਂ ਦਾ ਹਾਲ 2 ਮਹੀਨੇ ਦੇ ਉਰੇ ਪਏ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦਰ ਦੇ ਵੱਲੋਂ ਵੀ ਪਾਰਲੀਮੈਂਟ ਸੈਸ਼ਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਮਸਲੇ ਦੇ ਉੱਤੇ ਹਰ ਤਰ੍ਹਾਂ ਦੇ ਨਾਲ ਸਰਕਾਰ ਨੂੰ ਘੇਰਨ ਦੇ ਲਈ ਅਸੀਂ ਤਿਆਰ ਹਾਂ। ਸਾਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸੀ, ਜ਼ਿਆਦਾਤਰ ਉਹ ਸਾਰੀਆਂ ਪਾਰਟੀਆਂ ਨੇ ਇਹ ਤਿੰਨੇ ਇਸ਼ੂ ਰੇਜ਼ ਕੀਤੇ। ਸਭ ਤੋਂ ਪਹਿਲਾਂ ਅਸੀਂ ਕਿਸਾਨੀ ਦਾ ਇਸ਼ੂ ਰੇਜ਼ ਕੀਤਾ। ਖਾਸ ਕਰ ਉਹਦੇ ਜਦੋਂ ਸਾਡੀ ਵਾਰੀ ਆਈ ਅਕਾਲੀ ਦਲ ਦੀ ਤਾਂ ਮੈਂ ਜ਼ੋਰ ਨਾਲ ਕਿਹਾ ਕਿ ਇਸ ਇਸ਼ੂ 'ਤੇ ਟਾਈਮ ਕੱਢੋ, ਸਪੈਸ਼ਲ ਡਿਸਕਸ਼ਨ ਕਰੋ, ਇਹਦਾ ਹੱਲ ਕੱਢੋ। ਜੇ ਤੁਸੀਂ ਸਾਡੇ ਆਖੇ 4 ਮਹੀਨੇ ਪਹਿਲਾਂ ਲੱਗ ਜਾਂਦੇ ਜਾਂ ਇਹ ਸਿਲੈਕਟ ਕਮੇਟੀ ਨੂੰ ਦੇ ਦਿੰਦੇ ਜਾਂ ਕਿਸਾਨ ਯੂਨੀਅਨ ਨੂੰ ਬੁਲਾ ਕੇ ਗੱਲ ਕਰ ਲੈਂਦੇ ਤਾਂ ਅੱਜ ਦੇਸ਼ ਦੇ ਵਿੱਚ ਐਡਾ ਵੱਡਾ ਮਸਲਾ ਨਾ ਬਣਦਾ। ਜੋ ਦੇਸ਼ ਦਾ ਐਡਾ ਵੱਡਾ ਨੁਕਸਾਨ ਹੋ ਰਿਹਾ ਉਹ ਨਾ ਹੁੰਦਾ।
ਤੇ ਜੋ ਅੱਜ ਹਾਲਾਤ ਪੈਦਾ ਹੋਏ ਨਫ਼ਰਤ ਵਾਲੇ, ਇਹ ਵੀ ਪੈਦਾ ਨਾ ਹੁੰਦੇ। ਇਸ ਕਰਕੇ ਹੁਣ ਵੀ ਕਰੋ ਕਿਰਪਾ ਕਰਕੇ ਤੁਸੀਂ ਇਸ ਦਾ ਸਪੈਸ਼ਲ ਟਾਈਮ ਰੱਖੋ ਤਾਂ ਕਿ ਇਹਦੇ ਡਿਸਕਸ਼ਨ ਕਰੀਏ, ਸਾਰੀਆਂ ਪਾਰਟੀਆਂ ਦੇ ਰਿਹਾ ਹੋਣ। ਉਸ ਤੋਂ ਬਾਅਦ ਤੁਸੀਂ ਯੂਨੀਅਨ ਨਾਲ ਰਾਏ ਕਰੋ, ਇਹਦਾ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਨਿਕਲੇ। ਪਹਿਲਾ ਪੁਆਇੰਟ ਇਹ ਸੀ। ਦੂਸਰਾ ਪੁਆਇੰਟ ਸੀ ਕਿ ਤੁਸੀਂ ਇਹਦੇ ਨਾਲ ਮਸਲਾ ਜਿਹੜਾ ਲੱਗਦਾ ਹੈ ਉਹ ਡੀਜ਼ਲ ਹੈ। ਤੁਸੀਂ ਕਿਸਾਨ ਨੂੰ ਫੇਰ ਮਾਰਤਾ। ਹਿੰਦੁਸਤਾਨ 'ਚ ਡੀਜ਼ਲ ਦੀ ਏਡੀ ਵੱਡੀ ਪ੍ਰਾਈਸ ਮਹਿੰਗੀ ਕਰਤੀ, ਇਹਨੂੰ ਵਰਤਦਾ ਕੌਣ ਹੈ? ਸਭ ਤੋਂ ਵੱਧ ਕਿਸਾਨ ਵਰਤਦਾ, ਫਿਰ ਟਰੱਕ ਵਾਲਾ ਵਰਤਦਾ, ਜਿਹੜਾ ਟਰੱਕ ਡਰਾਈਵਰ ਹੈ, ਫਿਰ 2 ਵੀਲਰ ਵਰਤਦਾ, ਉਹ ਵਰਤਦਾ। ਜਿਹੜੀ ਗਰੀਬ ਲੋਕ ਇਸ ਨੂੰ ਵਰਤਦੇ ਨੇ। ਤੁਸੀਂ ਉਹਨਾਂ 'ਤੇ ਐਡਾ ਵੱਡਾ ਬੋਝ ਕਰਤਾ, ਮਹਿੰਗਾਈ ਵਧਾਤੀ, ਇਹਦੇ ਨਾਲ ਸਾਰੀ ਅੱਗੇ ਮਹਿੰਗਾਈ ਵੱਧਦੀ ਹੈ। ਇਸ ਇਸ਼ੂ 'ਤੇ ਕਰੋ। ਫਿਰ ਤੀਸਰਾ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੇ ਇਸ਼ੂ ਉਠਾਉਣੇ ਨੇ, ਹਰ ਪਾਰਟੀ ਨੇ ਭਾਵੇਂ ਉਹਦੇ 2 ਮੈਂਬਰ ਵੀ ਹੈ, ਜਿੱਥੋਂ ਚੁਣ ਕੇ ਆਈ ਹੈ, ਉਹਨੇ ਆਪਣੀ ਆਵਾਜ਼ ਉਠਾਉਣੀ ਹੈ। ਰੀਜਨਲ ਪਾਰਟੀਆਂ ਨੇ ਆਪਣੇ ਸਟੇਟ ਦੀ ਆਵਾਜ਼ ਉਠਾਉਣੀ ਹੈ। ਸੈਂਟਰ ਨੈਸ਼ਨਲ ਆਵਾਜ਼ ਤਾਂ ਸਾਰੇ ਉਠਾਉਂਦੇ ਨੇ, ਲੇਕਿਨ ਉਹ ਖਾਸ ਕਰ ਉਹਨਾਂ ਦੀ ਬਿਠਾਉਂਦੇ ਨੇ। ਤਾਂ ਉਹਨਾਂ ਨੂੰ ਟਾਈਮ 10-10 ਮਿੰਟ ਦਿਓ, ਇੰਨਾ ਟਾਈਮ ਰੱਖੋ। ਤੁਸੀਂ ਟਾਈਮ ਸਿਰ ਸ਼ਾਰਟ ਕਰਤਾ ਹੈ। ਇਸ ਕਰਕੇ ਸਾਡੀ ਇੱਕ ਤਾਂ ਸੈਸ਼ਨ ਨੂੰ ਹੋਰ ਟਾਈਮ ਚਾਹੀਦਾ ਹੈ, ਇਹਨਾਂ ਇਸ਼ੂ 'ਤੇ ਸਪੈਸ਼ਲ ਟਾਈਮ ਚਾਹੀਦਾ, ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਕਹਿੰਦੇ ਹਾਂ ਕਿ ਦੇਸ਼ ਨੂੰ ਬਚਾਉਣਾ ਤਾਂ ਕਿਸਾਨੀ ਦਾ ਹੱਲ ਜਿਹੜਾ ਗੱਲਬਾਤ ਰਾਹੀਂ ਪਹਿਲਾਂ ਕਰੋ, ਇਹ ਅਸੀਂ ਕਿਹਾ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਨੂੰ ਕਰੜੇ ਹੱਥੀ ਲਿਆ ਗਿਆ। ਇਸ ਦਰਮਿਆਨ ਭਾਜਪਾ ਤੇ ਕਈ ਗੰਭीर इल्जाम भी आम आदमी पार्टी के ਵੱਲੋਂ लगाए गए हैं। मेरी सब दोस्तों से ये निवेदन रहेगा, जो लोग भी आज की इस प्रेस कॉन्फ्रेंस को देख रहे हो, आप लोगों को इस प्रेस कॉन्फ्रेंस के वीडियो को ज्यादा से ज्यादा लोगों तक पहुंचाना है, हर आदमी तक पहुंचाना है, ताकि भाजपा की सच्चाई लोगों तक पहुंचे। ये लोगों को पता चले कि क्यों हर आंदोलन जो भाजपा के खिलाफ होता है उसको देशद्रोही कहा जाता है, उसको देश के खिलाफ कहा जाता है। और ये स्क्रिप्ट जो भाजपा की है, इतनी पुरानी होने के बावजूद भी बार बार ये क्यों चलाई जाती है, इसको आप समझिए। ये इकोनॉमी ऑफ स्केल है। भाजपा के नेता जानते हैं। उधर पंजाब के गायक पप्पू मान भी किसानों ਨੂੰ ਸਮਰਥਨ ਦੇਣ ਦੇ ਲਈ ਅਤੇ ਦੁਬਾਰਾ ਕਿਸਾਨੀ ਸੰਘਰਸ਼ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਯਤਨ ਕਰਦੇ ਨਜ਼ਰ ਆਏ ਨੇ। ਬੱਬੂ ਮਾਨ ਖੁਦ ਟਰੈਕਟਰ ਚਲਾ ਕੇ ਦਿੱਲੀ ਦੇ ਵੱਲ ਰਵਾਨਾ ਹੋਏ ਨੇ ਤੇ ਆਪਣੇ ਨਾਲ ਵੱਡਾ ਕਾਫਲਾ ਟਰੈਕਟਰਾਂ ਤੇ ਗੱਡੀਆਂ ਦਾ ਲੈ ਕੇ ਦਿੱਲੀ ਦੇ ਵੱਲ ਕੂਚ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬੱਬੂ ਮਾਨ ਦਾ ਇਸ ਮੌਕੇ ਦੇ ਉੱਤੇ ਕਹਿਣਾ ਸੀ ਕਿ ਕਿਸਾਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਅਜਿਹੇ ਬਿਆਨ ਸਾਹਮਣੇ ਨਹੀਂ ਆਉਣੇ ਚਾਹੀਦੇ ਜੋ ਕਿਸੇ ਵੀ ਤਰ੍ਹਾਂ ਦੇ ਮੀਡੀਆ ਦੇ ਲਈ ਇੱਕ ਅਹਿੰਸਕ ਰੂਪ ਦੇਣ ਦੀ ਗੱਲ ਹੋ ਜਾਵੇ। ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਅਤੇ ਬੀਤੇ ਦਿਨਾਂ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਘਟਨਾ ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਮੌਕੇ ਦੇ ਉੱਤੇ ਉਹਨਾਂ ਭਾਜਪਾ ਦੇ ਉੱਤੇ ਕਰੜੇ ਸਿਆਸੀ ਹਮਲੇ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਹੈ ਕਿ 26 ਜਨਵਰੀ ਨੂੰ ਇਸ ਸੰਸਾਰ ਤੋਂ ਜਾਣ ਵਾਲੇ ਨਵਦੀਪ ਸਿੰਘ ਦੇ ਕੇਸ ਦੀ ਪੈਰਵਾਈ ਖੁਦ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ। ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਜਿਹੜੀ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਦੇ ਉੱਤੇ ਬੜੇ ਪਲਾਨਡ ਤਰੀਕੇ ਨਾਲ ਸਰਕਾਰ ਨੇ ਸਾਡੇ ਉਸ ਧਰਨੇ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦਾ ਬੜੇ ਅਰਸੇ ਤੋਂ ਇਹ ਗੇਮ ਪਲਾਨ ਹੈ। ਜਿਹੜੇ ਲਾਲ ਕਿਲੇ ਵਾਲੇ ਇਨਸੀਡੈਂਟ ਹੋਏ ਉਹ ਤੋਂ ਵੀ ਤੇ ਉਸ ਤੋਂ ਪਹਿਲਾਂ ਵੀ ਕਿ ਆਪਣੇ ਇਸ ਕਿਸਾਨ ਅੰਦੋਲਨ ਨੂੰ ਬਰਕਰਾਰ ਰੱਖਣਾ ਵਾ। ਸਭ ਜਿੰਨੀ ਸਮਰੱਥਾ, ਜਿੰਨੀ ਸ਼ਕਤੀ ਤੁਸੀਂ ਇਹਦੇ ਯੋਗਦਾਨ ਪਾ ਸਕਦੇ ਹੋ, ਇਸੇ ਤਰ੍ਹਾਂ ਪਾਈ ਜਾਣੀ ਆ। ਛੋਟੇ-ਮੋਟੇ ਇਨਸੀਡੈਂਟਸ ਨੂੰ ਬੈਕਡ੍ਰੌਪ ਵਿੱਚ ਰੱਖਦੇ ਹੋ, ਉਹ ਗੱਲ ਮੁੱਕ ਗਈ ਆ। ਆਪਾਂ ਆਪਣੀਆਂ ਮੰਗਾਂ, ਆਪਣੇ ਜੋ ਜਾਇਜ਼ ਗੱਲਾਂ ਉਹਨਾਂ ਨੂੰ ਕਰੀ ਜਾਣਾ, ਔਰ ਜਿੰਨਾ ਵੀ ਬੀਜੇਪੀ ਦੀ ਸਰਕਾਰ ਭੜਕਾਵੇ ਆਪਾਂ ਉਹਨਾਂ ਤੋਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ। ਔਰ ਨਾਲ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਹਰਿਆਣੇ ਦੇ, ਯੂਪੀ ਦੇ, ਰਾਜਸਥਾਨ ਦੇ, ਉੱਤਰਾਖੰਡ ਦੇ ਸਾਰੇ ਹੀ ਕਿਸਾਨਾਂ ਦਾ, ਸਾਰੇ ਆਪਣੇ ਜਾਟ ਵੀਰਾਂ ਦਾ ਜਾਂ ਹੋਰਨਾਂ ਕੌਮਾਂ ਦਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਸਟੇਨ ਕਰਨ ਵਾਸਤੇ ਪੂਰੀ ਵਾਹ ਲਾ ਦਿੱਤੀ ਆ। ਤੇ ਜਿਹੜਾ ਬੀਜੇਪੀ ਦੀਆਂ ਕੋਝੀਆਂ ਚਾਲਾਂ ਸੀ ਉਹਨਾਂ ਸਾਰਿਆਂ ਨੂੰ ਤੁਸੀਂ ਵਿਫਲ ਕਰਤਾ, ਫੇਲ ਕਰ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੋਂ ਮਿਲਦੇ ਆ। ਉਧਰ ਬੀਜੇਪੀ ਆਗੂਆਂ ਦਾ ਵੀ ਘਿਰਾਓ ਲਗਾਤਾਰ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੀਜੇਪੀ ਆਗੂਆਂ ਦਾ ਘਿਰਾਓ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਵਾਰ ਫਿਰ ਬੀਜੇਪੀ ਦੇ ਵੱਡੇ ਆਗੂ ਦਾ ਘਿਰਾਓ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਕਿਸਾਨ ਘਰਾਂ ਨੂੰ ਵਾਪਸ ਨਹੀਂ ਪਰਤਦੇ, ਉਦੋਂ ਤੱਕ ਇਹਨਾਂ ਆਗੂਆਂ ਦਾ ਵਿਰੋਧ ਕਰਦੇ ਰਹਾਂਗੇ। ਜਿਹੜਾ ਸਾਡਾ ਘੋਲ ਆ ਦਿੱਲੀ ਦੇ ਵਿੱਚ, ਜਿਹੜਾ ਸਰਕਾਰ ਸਾਡੇ ਖਿਲਾਫ 5 ਜੂਨ ਨੂੰ ਆਰਡੀਨੈਂਸ ਲੈ ਕੇ ਆਈ ਸੀ, ਉਹਦੇ ਖਿਲਾਫ ਸਾਨੂੰ ਲੜਦਿਆਂ ਨੂੰ ਅੱਜ 6 ਮਹੀਨੇ ਹੋ ਚੱਲੇ ਆ। ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਆ। ਉਹਦੇ ਖਿਲਾਫ ਅਸੀਂ ਅੱਜ 2 ਮਹੀਨਿਆਂ ਤੋਂ ਉੱਪਰ ਹੋ ਚੱਲਿਆ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਇਸ ਸੰਘਰਸ਼ ਨੂੰ ਤਾਰੋ ਪੀੜਾ ਕੀਤਾ ਜਾਵੇ। ਬੜੀਆਂ ਕੋਸ਼ਿਸ਼ਾਂ ਚੱਲੀਆਂ ਪਰ ਉਹ ਕੋਈ ਕਾਮਯਾਬ ਨਹੀਂ ਹੋ ਸਕੀਆਂ। ਇਸ ਕਰਕੇ ਅਸੀਂ ਇਹਨਾਂ ਲੀਡਰਾਂ ਨੂੰ ਕਹਿੰਦੇ ਆ ਤੁਸੀਂ ਬਾਜ਼ ਆ ਜਾਓ, ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨੋ। ਅਸੀਂ ਚੇਤਾਵਨੀ ਦਿੰਦੇ ਆ ਕਿ ਜੇਕਰ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਤੇ ਕੋਈ ਵੀ
ਬੀਜੇਪੀ ਦਾ ਲੀਡਰ ਚਾਹੇ ਜਲਾਲਾਬਾਦ ਆ, ਚਾਹੇ ਗੁਰੂਵਾਰ ਸਾਹਿਬ, ਚਾਹੇ ਫਾਜ਼ਿਲਕਾ ਤੇ ਚਾਹੇ ਫਿਰੋਜ਼ਪੁਰ ਆ, ਜਿੱਥੋਂ ਵੀ ਐਮਸੀ ਦਾ ਇਲੈਕਸ਼ਨ ਲੜੇਗਾ ਬੀਜੇਪੀ ਦਾ ਕੋਈ ਵੀ ਲੀਡਰ, ਅਸੀਂ ਸਾਰੀਆਂ ਜਥੇਬੰਦੀਆਂ ਉਹਦਾ ਡਟ ਕੇ ਵਿਰੋਧ ਕਰਾਂਗੇ। ਅਸੀਂ ਉਹਨੂੰ ਸਵਾਲ ਪੁੱਛਾਂਗੇ, ਅਸੀਂ ਉਹਨੂੰ ਥਾਂ-ਥਾਂ ਰੋਕਾਂਗੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।